महाराज बोलो सेनापति। वो भुखे मर रहे आ पर यहोजा की मिल ਲਈ ਤਿਆਰ ਨਹੀਂ ਆ। ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਆ। ਤੁਸੀਂ ਨਕੰਮੇ ਹੀ ਨਹੀਂ, ਆਲਸੀ ਵੀ ਆ। ਕਬਜ਼ਾ ਕਰੋ ਸ਼ਹਿਰ ਤੇ, ਨਹੀਂ ਤਾਂ ਤੁਹਾਡੀ ਖੈਰ ਨਹੀਂ। जी महाराज। ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ, ਇਸ ਕਰਕੇ ਮੈਂ ਇਸ ਸਾਰੇ ਦੇਸ਼ ਨੂੰ ਖੰਡਰ ਬਣਾ ਦਿਆਂਗਾ ਅਤੇ ਇਹਨਾਂ ਕੌਮਾਂ ਨੂੰ 70 ਸਾਲਾਂ ਤੱਕ ਬਾਬਲ ਦੇ ਰਾਜੇ ਦੀ ਗੁਲਾਮੀ ਕਰਨੀ ਪਵੇਗੀ। ਦਾਨੀਅਲ ਕਿੱਥੇ ਸੀ ਤੂੰ? ਇੰਨੀ ਦੇਰ ਕਿੱਦਾਂ ਹੋ ਗਈ ਪੁੱਤ? ਮੰਮੀ ਉਹ ਯਰਮੀਆ ਸੰਦੇਸ਼ ਸੁਣਾ ਰਹੀ ਸੀ ਨਾ, ਇਸ ਕਰਕੇ ਮੈਂ ਕੁਝ ਦੇਰ ਲਈ ਮੰਦਰ ਵਿੱਚ ਰੁਕ ਗਿਆ ਸੀ। ਅੱਛਾ, ਰੋਟੀ ਤਿਆਰ ਹੀ ਆ। ਪੁੱਤ ਮੰਦਰ ਗਿਆ ਸੀ? ਹਾਂਜੀ ਡੈਡੀ ਜੀ। ਤਾਂ ਕਿ ਮੈਂ ਦੇਖਾਂ ਕਿ ਯਹੋਵਾ ਕਿੰਨਾ ਚੰਗਾ ਹੈ ਅਤੇ ਮੈਂ ਉਸਦੇ ਮੰਦਰ ਨੂੰ ਖੁਸ਼ੀ-ਖੁਸ਼ੀ ਤੱਕਾਂ। ਇਹ ਤੇਰੇ ਲਈ ਆ। ਤਾਂ ਕਿ ਤੂੰ ਹਮੇਸ਼ਾ ਯਹੋਵਾ ਦੀ ਗੱਲ ਸੁਣ ਸਕੇ। ਸ਼ੁਕਰੀਆ ਡੈਡੀ ਜੀ। ਕੀ ਹੋਇਆ? ਪਤਾ ਨਹੀਂ ਸਾਡੇ ਨਾਲ ਕੀ ਹੋਣਾ। ਪੁੱਤ ਵਫਾਦਾਰ ਲੋਕਾਂ ਨੂੰ ਯਹੋਵਾ ਹਮੇਸ਼ਾ ਬਚਾਉਂਦਾ ਆ। ਡਰ ਨਾ, ਯਹੋਵਾ ਸਾਡੀ ਢਾਲ ਆ। ਰੋਟੀ ਤਿਆਰ ਆ। ਹਾਂਜੀ ਮੰਮੀ, ਤੁਸੀਂ ਸਹੀ ਕਿਹਾ। ਮੈਨੂੰ ਤਾਂ ਯਕੀਨ ਹੀ ਨਹੀਂ ਹੋਇਆ। ਤੇ ਪਤਾ ਆ ਏਲੀ ਵੀ ਉੱਥੇ ਆਇਆ ਸੀ। ਲੈ ਉਹਦੇ ਨਾਲ ਤਾਂ ਹਮੇਸ਼ਾ ਹੀ ਇਦਾਂ ਹੁੰਦਾ। ਚਲੋ ਗੀਤ ਗਾਈਏ। ਦਾਨੀਅਲ ਤੂੰ ਦੱਸ ਕਿਹੜਾ ਜ਼ਬੂਰ ਗਾਈਏ? ਯਹੋਵਾ ਮੇਰਾ ਚਾਨਣ ਅਤੇ ਮੇਰਾ ਮੁਕਤੀਦਾਤਾ ਹੈ। ਤੁਸੀਂ ਹਮੇਸ਼ਾ ਇਹੀ ਗਾਣਾ ਗਾਉਣਾ ਚਾਹੁੰਦੇ ਆ। ਹੂਸ਼ਮ। ਯਹੋਵਾ ਮੇਰਾ ਚਾਨਣ ਬਚਾਉਂਦਾ ਬਚਾਉਂਦਾ ਮੈਨੂੰ, ਮੈਨੂੰ, ਫਿਰ ਮੈਨੂੰ ਡਰ ਕਿਸੇ ਦਾ। ਭਾਜੀ ਖੇਡੀਏ ਆਪਾਂ। ਮੈਂ ਚੱਲਾ ਆ ਕਿਤੇ। ਵਾਪਸ ਆ ਕੇ ਨੂੰਹ ਦੀ ਕਿਸ਼ਤੀ ਵਾਲਾ ਖੇਡ ਖੇਡੂੰਗੇ। ਤੂੰ ਕੀ ਬਣੂਗੀ? ਮੈਂ ਸ਼ੇਰ ਬਣੂੰਗੀ। ਤੇ ਮੈਂ ਬਣੂੰਗਾ ਹਾਥੀ। ਉਹ ਆ ਗਏ ਆ। ਜਲਦੀ ਸਮਾਨ ਬੰਨੋ, ਸਾਨੂੰ ਜਾਣਾ ਪੈਣਾ। ਡੈਡੀ ਜੀ ਅਸੀਂ ਕਿੱਥੇ ਜਾਣਾ ਆ? ਪੁੱਤ ਅਸੀਂ ਹੁਣ ਇੱਥੇ ਨਹੀਂ ਰਹਿ ਸਕਦੇ। ਹੂਸ਼ਮ
चलो फटाफट। मैं नहीं रहना इत्थे। अंदर चल। बुआ खोलो। कौन आ तुसी? की चाहिदा तुहानू? चलो चलो छेती करो। तू दानियल ना यहूदा दे गोत विचों? तैनू महल विच सेवा करन दी सिखलाई दित्ती जाऊगी। पर मेरा परिवार? राजकुमार ते उच्चे खानदान दे लोग महलां विच रहिंदे आ। पर ये कोई राजकुमार थोड़ी आ, ये तो सिर्फ एक आम जिहा मुंडा आ। दानियल कह दिता ना मुंडा मेरे नाल जाऊगा। हजूर, की असी आखिरी बार मिल सकते हैं? छेती करो। पुत हिम्मत रखी, यहोवा तेरे नाल आ। दानियल, मिशाएल,
ਕਿ ਕਿਸੇ ਹੋਰ ਨੂੰ ਦੇਖਿਆ? ਅਸੀਂ ਤੈਨੂੰ ਕੱਲੇ ਨੂੰ ਥੋੜਾ ਨਾ ਆਉਣ ਦੇਣਾ ਸੀਗਾ। ਅਜ਼ਰੀਆ, ਅਨਨੀਆ, ਇਹ ਆ ਕਿ ਸਲੋਨ ਤੇ ਟੂ। ਮੇਰਾ ਨਾਮ ਦਾਨੀਅਲ ਆ। ਸਾਨੂੰ ਕਿੱਥੇ ਲੈ ਕੇ ਚੱਲੇ ਆ? ਲੱਗਦਾ ਮੈਂ ਲੈ ਕੇ ਚੱਲਿਆ। ਵਧੀਆ, ਯੂਸਫ ਦੀ ਤਰ੍ਹਾਂ ਰਾਜ ਕਰਾਂਗੇ। ਨਹੀਂ, ਉਹਦੇ ਵਾਂਗੂ ਜੇਲ੍ਹ ਵਿੱਚ ਸੜਾਂਗੇ। ਇਹ ਜਗ੍ਹਾ ਇੰਨੀ ਵੀ ਮਾੜੀ ਨਹੀਂ ਹੈਗੀ। ਉਧਰ ਦੇਖ ਜਰਾ। ਤੂੰ ਗੱਲ ਕਰੂੰਗਾ ਜਾਂ ਮੈਂ ਕਰਾਂ? ਹੋਰ ਕਿਵੇਂ ਹੋ? ਠੀਕ ਆ, ਫੇਰ ਆਇਓ ਮਿਲਣ। ਯਹੂਦੀ ਮੁੰਡੇ ਅਸ਼ਪਨਜ ਨੇ ਬੁਲਾਇਆ। ਤੁਸੀਂ ਸਮਝਦਾਰ ਆ, ਇਸੇ ਕਰਕੇ ਤੁਹਾਨੂੰ ਚੁਣਿਆ ਗਿਆ ਹੈ। ਪਰ ਤੁਹਾਨੂੰ ਬਹੁਤ ਕੁਝ ਸਿੱਖਣਾ ਪੈਣਾ। ਤੁਹਾਨੂੰ ਸਾਡੀ ਭਾਸ਼ਾ ਸਿਖਾਈ ਜਾਊਗੀ ਤੇ ਇੱਥੋਂ ਦਾ ਗਿਆਨ ਦਿੱਤਾ ਜਾਊਗਾ। ਤੁਹਾਨੂੰ ਨਵੇਂ ਨਾਮ ਦਿੱਤੇ ਜਾਣਗੇ ਤੇ ਜਦੋਂ 3 ਸਾਲ ਪੂਰੇ ਹੋ ਜਾਓਗੇ ਤਾਂ ਤੁਸੀਂ ਮਹਾਨ ਰਾਜਾ ਨਬੂਕਦਨਸਰ ਦੀ ਸੇਵਾ ਕਰੋਗੇ। ਅੱਜ ਤੁਸੀਂ ਕੁਝ ਵੀ ਨਹੀਂ ਹੈਗੇ, ਮਾਮੂਲੀ ਜਿਹੇ ਪਰਦੇਸੀ ਆ। ਪਰ ਅੱਗੇ ਚੱਲ ਕੇ ਜੇ ਦੇਵਤਿਆਂ ਦੀ ਕਿਰਪਾ ਹੋਈ ਤਾਂ ਤੁਸੀਂ ਬਾਬਲੀ ਕਹਾਓਗੇ। बेशक, वैसे सही नाम रखा तेरा। ਇਹ ਨਾਂ ਉਹਨਾਂ ਦੇ ਦੇਵਤਿਆਂ ਦੇ ਨਾਂ ਉੱਤੇ ਰੱਖੇ ਗਏ ਆ। ਨਵੇਂ ਨਾਮ, ਨਵੀਂ ਭਾਸ਼ਾ, ਫਿਰ ਕਹੋਗੇ ਸਾਡੇ ਦੇਵਤਿਆਂ ਦੀ ਭਗਤੀ ਕਰੋ। ਇੰਨਾ ਕਿਉਂ ਪਰੇਸ਼ਾਨ ਹੋਣਾ ਆ? ਮੇਰੇ ਘਰ ਵੀ ਮੂਰਤੀਆਂ ਸੀ, ਪਰ ਅਸੀਂ ਯਹੋਵਾ ਨੂੰ ਹੀ ਮੰਨਦੇ ਸੀ। ਯਾਰ ਦੇਖੋ ਤਾਂ ਸਹੀ, ਅਸੀਂ ਆਏ ਕਿੱਥੇ ਆ? ਐਦਾਂ ਦਾ ਸ਼ਹਿਰ ਪੂਰੀ ਦੁਨੀਆ ਵਿੱਚ ਨਹੀਂ ਹੈਗਾ। ਸੋਚੋ ਕਿ ਅਸੀਂ ਰਾਜੇ ਦੀ ਮੇਜ਼ ਤੋਂ ਖਾਵਾਂਗੇ। ਬਾਬਲੀ ਖਾਂਦੇ ਕੀ ਆ? ਰਾਜੇ ਦੇ ਸੇਵਕਾਂ ਨੂੰ ਸਭ ਤੋਂ ਵਧੀਆ ਖਾਣਾ ਦਿੱਤਾ ਜਾਂਦਾ ਹੈ। ਅਸੀਂ ਨਹੀਂ ਇਹ ਖਾ ਸਕਦੇ। ਮੂਸਾ ਦੇ ਕਾਨੂੰਨ ਵਿੱਚ ਕੀ ਹੁੰਦਾ ਪਿਆ ਉੱਥੇ? ਸਾਡੇ ਪਰਮੇਸ਼ਰ ਨੇ ਇਹ ਚੀਜ਼ਾਂ ਖਾਣ ਤੋਂ ਮਨਾ ਕੀਤਾ ਆ। ਤਾਂ ਤੁਸੀਂ ਆਪਣੇ ਰੱਬ ਤੋਂ ਡਰਦੇ ਆ? ਹਾਂਜੀ। ਤੇ ਮੈਂ ਆਪਣੇ ਮਾਲਕ ਰਾਜੇ ਤੋਂ ਡਰਦਾ ਆ। ਉਸੇ ਨੇ ਤੁਹਾਡੀਆਂ ਖਾਣ ਪੀਣ ਦੀਆਂ ਚੀਜ਼ਾਂ ਤੈਅ ਕੀਤੀਆਂ ਆ। ਉਹਨੇ ਇਹ ਖਾਣਾ ਇਸ ਕਰਕੇ ਚੁਣਿਆ ਆ ਤਾਂ ਕਿ ਤੁਸੀਂ ਹੱਟੇ ਕੱਟੇ ਰਹੋ। ਜੇ ਰਾਜਾ ਦੇਖੂਗਾ
ਕਿ ਤੁਸੀਂ ਦੂਸਰੇ ਨੌਜਵਾਨਾਂ ਦੇ ਮੁਕਾਬਲੇ ਕਮਜ਼ੋਰ ਲੱਗਦੇ ਆ ਤਾਂ ਤੁਹਾਡੇ ਕਰਕੇ ਮੈਂ ਰਾਜੇ ਦੇ ਸਾਹਮਣੇ ਦੋਸ਼ੀ ਠਹਿਰਾਂਗਾ। ਮੈਨੂੰ ਰਾਜੇ ਦਾ ਹੁਕਮ ਮੰਨਣਾ ਪੈਣਾ ਤੇ ਤੁਹਾਨੂੰ ਵੀ। ਸਮਝ ਲੱਗੀ ਤੁਹਾਨੂੰ? ਜਦੋਂ ਖਾਣਾ ਦਿੱਤਾ ਜਾਊਗਾ ਤਾਂ ਚੁੱਪਚਾਪ ਖਾ ਲਿਓ। ਸਾਡੇ ਵੱਲੋਂ ਬੋਲਣ ਵਾਲਾ ਤੂੰ ਕੌਣ ਹੁੰਦਾ? ਠੀਕ ਕਿਹਾ ਤੂੰ, ਸਾਰਿਆਂ ਦਾ ਆਪਣਾ ਫੈਸਲਾ ਹੈ। ਅਸੀਂ ਹੋਰ ਕਰ ਵੀ ਕੀ ਸਕਦੇ ਆ? ਸਾਨੂੰ ਉਹੀ ਕਰਨਾ ਪੈਣਾ ਜੋ ਉਹ ਕਹਿੰਦੇ ਆ। ਸਾਨੂੰ ਉਹਨਾਂ ਮੁਤਾਬਕ ਚੱਲਣਾ ਪੈਣਾ। ਤੇ ਜੇ ਉਹਨਾਂ ਦੇ ਖਾਣੇ ਵਿੱਚ ਥੋੜਾ ਬਹੁਤਾ ਖੂਨ ਵੀ ਆ ਤਾਂ ਫੇਰ ਕੀ ਆ? ਪਰ ਯਹੋਵਾ ਨੇ ਖੂਨ ਖਾਣ ਤੋਂ ਮਨਾ ਕੀਤਾ ਆ। ਏਦਾਂ ਤੂੰ ਸੋਚਦਾ ਪਿਆ। ਤੁਸੀਂ ਖੂਨ ਬਿਲਕੁਲ ਨਾ ਖਾਣਾ, ਸਾਫ਼-ਸਾਫ਼ ਲਿਖਿਆ ਹੈ ਨਾ। ਪ੍ਰਾਰਥਨਾ ਕਰੀਏ। ਪ੍ਰਾਰਥਨਾ? ਇੱਥੇ? ਪ੍ਰਾਰਥਨਾ ਕਰਨ ਨਾਲ ਕੀ ਹੋਣਾ? ਯਹੋਵਾ ਤਾਂ ਇਜ਼ਰਾਈਲ ਵਿੱਚ ਆ ਤੇ ਅਸੀਂ ਇੱਥੇ ਬਾਬਲ ਵਿੱਚ। ਤੈਨੂੰ ਨਹੀਂ ਲੱਗਦਾ ਯਹੋਵਾ ਹਮੇਸ਼ਾ ਸਾਡੇ ਨਾਲ ਹੁੰਦਾ ਆ? ਯਹੋਵਾ ਨੇ ਕਿਹਾ ਕਿ ਅਸੀਂ ਉਸ ਦੇ ਗਵਾਹ ਆ। ਜੇ ਅਸੀਂ ਉਸ ਦੇ ਕਾਨੂੰਨ ਤੋੜੋਗੇ ਤਾਂ ਉਸ ਦੀ ਬਦਨਾਮੀ ਹੋਗੀ। ਰੋਟੀ ਤਿਆਰ ਆ। ਤੁਹਾਨੂੰ ਨਹੀਂ ਸੁਣਿਆ? ਜੀ ਸ਼ੁਕਰੀਆ, ਪਰ ਅਸੀਂ ਇਹ ਖਾਣਾ ਖਾ ਕੇ ਪਰਮੇਸ਼ਰ ਦਾ ਕਾਨੂੰਨ ਨਹੀਂ ਤੋੜਨਾ ਚਾਹੁੰਦੇ। ਫਿਰ ਭੁੱਖੇ ਮਰਨਾ? ਨਹੀਂ, ਭੁੱਖੇ ਤਾਂ ਨਹੀਂ ਮਰਨਾ, ਪਰ ਖਾਣੇ ਦੀਆਂ ਕੁਝ ਚੀਜ਼ਾਂ ਉਸ ਮੁਤਾਬਕ ਅਸ਼ੁੱਧ ਆ ਤੇ ਖੂਨ ਖਾਣਾ ਮਨਾ ਆ। ਕਿਰਪਾ ਕਰਕੇ ਸਾਨੂੰ 10 ਦਿਨਾਂ ਤੱਕ ਪਰਖ ਕੇ ਦੇਖਿਓ। ਸਾਨੂੰ ਖਾਣ ਲਈ ਸਿਰਫ ਸਬਜ਼ੀਆਂ ਤੇ ਪੀਣ ਲਈ ਬਸ ਪਾਣੀ ਦਿਓ। ਸਬਜ਼ੀਆਂ? ਬਸ 10 ਦਿਨਾਂ ਲਈ। ਉਸ ਤੋਂ ਬਾਅਦ ਤੁਹਾਨੂੰ ਜਿੱਦਾਂ ਠੀਕ ਲੱਗੇ ਤੁਸੀਂ ਉੱਦਾਂ ਹੀ ਕਰਿਓ। ਆਲੋ ਸ਼ੁਰੂ ਕਰੋ, ਯਹੋਵਾ ਨੇ ਸਾਡੀ ਸੁਣ ਲਈ। ਯਾਰ ਅਮਰੂਦ ਖਾ ਕੇ ਤਾਂ ਦੇਖ, ਬਹੁਤ ਸਵਾਦ ਆ। ਵਾਹ, ਇਹ ਕੀ ਆ?
ਲੈ ਆ ਕੀ ਹੋ ਗਿਆ? ਅਸ਼ਪਨਜ਼ ਨੇ ਤੁਹਾਨੂੰ ਚਾਰਾਂ ਨੂੰ ਬੁਲਾਇਆ ਆ। ਹਜ਼ੂਰ, ਇਹ ਮੁੰਡੇ ਸ਼ਾਹੀ। ਮੈਨੂੰ ਪਤਾ ਕੌਣ ਹੈ ਇਹ। ਤੁਹਾਨੂੰ ਕੀ ਲੱਗਦਾ ਸਾਨੂੰ ਕੁਝ ਪਤਾ ਨਹੀਂ? ਸਾਨੂੰ ਸਾਰਾ ਕੁਝ ਪਤਾ ਆ। ਤੁਸੀਂ ਸਾਡੇ ਦੇਵਤਿਆਂ ਅੱਗੇ ਮੱਥਾ ਨਹੀਂ ਟੇਕਦੇ, ਸਿਰਫ ਆਪਣੇ ਹੀ ਰੱਬ ਨੂੰ ਮੰਨਦੇ ਆ ਤੇ ਨਾ ਹੀ ਸ਼ਾਹੀ ਖਾਣਾ ਖਾਂਦੇ ਆ। ਇਹ ਕਹਿੰਦੇ ਆ ਕਿ ਇਹਨਾਂ ਦਾ ਪਰਮੇਸ਼ਵਰ ਪਰ ਫਿਰ ਵੀ ਬਾਕੀਆਂ ਨਾਲੋਂ ਜ਼ਿਆਦਾ ਸਿਹਤਮੰਦ ਲੱਗਦੇ ਆ। ਇਹਨਾਂ ਨੂੰ ਉਹੀ ਦਿੰਦੇ ਰਹੋ ਜੋ ਇਹ ਖਾਣਾ ਚਾਹੁੰਦੇ ਆ। ਬੇਲਸ਼ੱਸਰ, ਤੂੰ ਵੱਡਾ ਨਾਂ ਕਮਾ ਸਕਦਾ। ਇਹ ਮੌਕਾ ਸਾਰਿਆਂ ਨੂੰ ਨਹੀਂ ਮਿਲਦਾ। ਹੋਰ ਮੁੰਡਿਆਂ ਨੂੰ ਪੇਸ਼ ਕੀਤਾ ਜਾਵੇ। ਰਾਸ਼ਨ ਦੇ ਲਈ ਉਹਨਾਂ ਨੂੰ 15 ਕੋਰੂ, 2 ਪੀਨੂ ਅਤੇ 5 ਸੂਟੂ ਦਿੱਤੇ ਜਾਂਦੇ ਹਨ। ਬਿਲਕੁਲ ਸਹੀ। ਵਪਾਰੀ ਪੈਸੇ ਅਤੇ ਅਨਾਜ ਤੇ ਕਿੰਨਾ ਵਿਆਜ ਲਾ ਸਕਦੇ ਆ? ਲਗਭਗ 40%। 40%? ਇਹੀ ਕੁਝ ਸਿੱਖਿਆ ਤੂੰ? ਠੱਗਣਾ? ਮੇਸ਼ਕ, ਤੂੰ ਦੱਸ। 20% ਮੰਗ ਸਕਦੇ ਆ। ਬਹੁਤ ਵਧੀਆ। ਅਰਗਲਾ ਤਾਰਾ ਸਮੂਹ ਵਿੱਚ ਇੰਡੇਲ ਦਾ ਕਿਹੜਾ ਤਾਰਾ ਸਭ ਤੋਂ ਵੱਧ ਚਮਕਦਾ ਆ? ਤੈਨੂੰ ਪਤਾ? ਲੁਗਲ ਤਾਰਾ। ਸ਼ਾਬਾਸ਼। ਬਹੁਤ ਉੱਚਾ ਹੈ ਬੁਰਜ, ਨਾ ਉਹਦੀਆਂ ਕੰਧਾਂ ਤੇ ਨਾ ਉਹਦੀ ਛਾਂ। ਦੱਸੋ। ਤੁਹਾਡਾ ਬੁਰਜ? ਮੂਰਖ। ਤੂੰ ਬੁੱਝ ਸਕਦਾ ਬੁਝਾਰਤ? ਜੀ, ਸੂਰਜ ਦੀਆਂ ਕਿਰਨਾਂ। ਬਿਲਕੁਲ ਠੀਕ। ਬੁੱਧੀਮਾਨ ਆਦਮੀਆਂ ਦਾ ਕਹਿਣਾ ਆ ਕਿ ਰੱਬ ਦੀ ਮਰਜ਼ੀ ਤੋਂ ਬਗੈਰ ਪੱਤਾ ਵੀ ਨਹੀਂ ਹਿਲਦਾ। ਤਾਂ ਫਿਰ ਦੱਸੋ, ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਆ ਜਦ ਕਿ ਦੁਸ਼ਟ ਚੈਨ ਨਾਲ ਵਸਦੇ ਆ? ਹਜ਼ੂਰ, ਅੱਜ ਤੱਕ ਕੋਈ ਵੀ ਜਿੱਦਾਂ ਰਾਜੇ ਨੇ ਕਿਹਾ, ਨਾ ਬੁੱਧੀਮਾਨ ਕੋਲ ਹਮੇਸ਼ਾ ਖਾਣ ਲਈ ਰੋਟੀ ਹੁੰਦੀ ਹੈ, ਨਾ ਅਕਲਮੰਦ ਕੋਲ ਹਮੇਸ਼ਾ ਧਨ ਦੌਲਤ ਹੁੰਦੀ ਹੈ, ਅਤੇ ਨਾ ਹੀ ਗਿਆਨਵਾਨ ਨੂੰ ਹਮੇਸ਼ਾ ਕਾਮਯਾਬੀ ਹਾਸਲ ਹੁੰਦੀ ਹੈ, ਕਿਉਂਕਿ ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਆ ਅਤੇ ਕਿਸੇ ਨਾਲ ਅਚਾਨਕ ਕੁਝ ਵੀ ਵਾਪਰ ਸਕਦਾ ਆ। ਇਹ ਗੱਲ ਕਿਹਨੇ ਕਹੀ? ਸੁਲੇਮਾਨ ਨੇ। ਮੈਂ ਸੁਣਿਆ ਉਹਦੇ ਬਾਰੇ। ਪਰ ਗਿਆਨ ਤੇ ਬੁੱਧ ਉਸ ਨੂੰ ਪਰਮੇਸ਼ਵਰ ਤੋਂ ਮਿਲੀ ਸੀ, ਸਾਡੇ ਪਰਮੇਸ਼ਵਰ ਯਹੋਵਾ ਤੋਂ। ਲੈ ਜਾਓ ਇਹਨਾਂ ਨੂੰ। ਹੁਣ ਸਾਨੂੰ ਕਦੋਂ ਬੁਲਾਓਗੇ? ਕਦੇ ਵੀ ਨਹੀਂ।
ਜਾਓ ਆਪਣੇ ਘਰਾਂ ਨੂੰ, ਤੁਸੀਂ ਕਿਸੇ ਕੰਮ ਦੇ ਨਹੀਂ। ਬੇਲਸ਼ਸਰ ਤੂੰ ਰੁਕ ਜਾ, ਤੇ ਤੁਸੀਂ ਤਿੰਨੋਂ ਵੀ। ਤੁਹਾਡੇ ਨਾਲ ਕੁਝ ਹੋਰ ਵੀ ਗੱਲ ਕਰਨੀ ਆ। ਮੈਂ ਤੁਹਾਡੇ ਪਰਮੇਸ਼ਰ ਨੂੰ ਨਹੀਂ ਜਾਣਦਾ, ਪਰ ਤੁਸੀਂ ਪੁਜਾਰੀਆਂ ਅਤੇ ਤਾਂਤਰਿਕਾਂ ਨਾਲੋਂ 10 ਗੁਣਾ ਬਿਹਤਰ ਆ। ਅਸ਼ਪਨਾਜ਼ ਸਾਰੇ ਇੰਤਜ਼ਾਮ ਕਰੂਗਾ ਅਤੇ ਹੁਣ ਤੋਂ ਤੁਸੀਂ ਬੁੱਧੀਮਾਨ ਆਦਮੀਆਂ ਨਾਲ ਕੰਮ ਕਰੋਗੇ। ਯਰੂਸ਼ਲਮ ਵਿੱਚ ਕਿਸੇ ਨੂੰ ਤੁਹਾਡੀ ਕਦਰ ਨਹੀਂ ਸੀ, ਪਰ ਇੱਥੇ ਤੁਸੀਂ ਬਹੁਤ ਕੰਮ ਆਓਗੇ। ਅਸੀਂ ਯਰੂਸ਼ਲਮ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ। ਬਹੁਤ ਜਲਦੀ ਅਸੀਂ ਸੂਰ ਦੇ ਆਲੇ ਦੁਆਲੇ ਘੇਰਾ ਪਾਵਾਂਗੇ। ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਅਸੀਂ ਸਿਦਕਿਆ ਦਾ ਕੀ ਹਸ਼ਰ ਕੀਤਾ। ਦੇਵਤੇ ਸਾਡੇ ਨਾਲ ਆ। ਜ਼ਰਾ ਕੀ ਹੋਇਆ? ਯਰੂਸ਼ਲਮ ਦੀ ਖਬਰ ਆਈ ਆ। ਤੁਸੀਂ ਕਿੱਥੇ ਚੱਲੇ ਹੋ? ਆਪਣੇ ਪਰਿਵਾਰ ਨੂੰ ਮਿਲਣ। इस साल किसी तरह गुजारा हो ही गया। दानियल, आजा पुत्त। की गल पुत्त, की होया? ਯਰੂਸ਼ਲਮ ਦੀ ਖਬਰ ਆ। ਉਹਨਾਂ ਨੇ ਸ਼ਹਿਰ ਦੀਆਂ ਕੰਧਾਂ ਤੇ ਬੁਰਜ ਢਾਹ ਦਿੱਤੇ ਆ। ਸਾਰਿਆਂ ਨੂੰ ਮਾਰ ਦਿੱਤਾ ਤੇ ਯਹੋਵਾ ਦੇ ਮੰਦਰ ਨੂੰ ਸਾੜ ਦਿੱਤਾ। ਕਾਸ਼ ਉਹ ਪਰਮੇਸ਼ਰ ਦੀ ਗੱਲ ਸੁਣ ਲੈਂਦੇ। ਉਹਨਾਂ ਨੂੰ ਲੱਗਾ ਕਿ ਯਹੋਵਾ ਉਹਨਾਂ ਨੂੰ ਨਹੀਂ ਦੇਖਦਾ ਪਿਆ। ਜਦ ਤੱਕ ਉਸ ਦਾ ਮੰਦਰ ਸੀ ਤਦ ਤੱਕ ਉਮੀਦ ਸੀ। नहीं पुत्त, जदों तक यहोवा आ उदों तक साडे कोल उम्मीद आ। ਪਰ ਉਸਨੇ ਸਾਨੂੰ ਛੱਡ ਦਿੱਤਾ ਆ ਕਿਉਂਕਿ ਅਸੀਂ ਉਸ ਨਾਲ ਬੇਵਫਾਈ ਕੀਤੀ ਆ। ਨਹੀਂ ਪੁੱਤ, ਉਸਨੇ ਸਾਰਿਆਂ ਨੂੰ ਨਹੀਂ ਛੱਡਿਆ। ਯਹੋਵਾ ਨੇ ਹਿਜ਼ਕੀਏਲ ਨੂੰ ਕਿਹਾ ਕਿ ਤੂੰ ਉਸ ਦੀਆਂ ਨਜ਼ਰਾਂ ਵਿੱਚ ਓਨਾ ਹੀ ਧਰਮੀ ਹੈ ਜਿੰਨਾ ਨੂਹ ਤੇ ਅਯੂਬ। ਉਹਨੇ ਸੱਚੀ ਏਦਾਂ ਕਿਹਾ? ਹਾਂ ਪੁੱਤ,
ਜੇ ਯਹੋਵਾ ਨੂੰ ਇੰਨਾ ਹੀ ਫਿਕਰ ਆ ਤੇ ਅਸੀਂ ਗੁਲਾਮੀ ਵਿੱਚ ਕਿਉਂ ਆ? ਅਸੀਂ ਘਰ ਕਿਉਂ ਨਹੀਂ ਜਾ ਸਕਦੇ? ਕਿੱਥੇ ਕਿਉਂ ਨਹੀਂ ਰਹਿ ਸਕਦੇ? ਪੁੱਤ ਹੁਣ ਇਹੀ ਸਾਡਾ ਘਰ ਆ। ਮੈਨੂੰ ਨਹੀਂ ਪਤਾ ਕਿ ਅੱਗੇ ਕੀ ਹੋਣਾ ਆ, ਪਰ ਤੂੰ ਹਮੇਸ਼ਾ ਯਹੋਵਾ ਦੇ ਨੇੜੇ ਰਹੀਂ। ਉਹ ਜ਼ਰੂਰ ਤੈਨੂੰ ਸੰਭਾਲੇਗਾ। बुद्धिमान आदमियों ਨੂੰ ਬੁਲਾਓ। मैं एक सुपना देखिਆ ਆ। मैं बहुत परेशान ਆ। ਮੈਨੂੰ ਨਹੀਂ ਯਾਦ ਕਿ ਮੈਂ ਕੀ ਦੇਖਿਆ ਆ। हे महाराज तू जुगों जुग जिਉਂਦਾ ਰਹੇ। ਆਪਣੇ ਸੇਵਕਾਂ ਨੂੰ ਸੁਪਨਾ ਦੱਸ। ਅਸੀਂ ਤੈਨੂੰ ਉਸ ਦਾ ਮਤਲਬ ਦੱਸਾਂਗੇ। ਨਹੀਂ, ਤੁਸੀਂ ਦੱਸੋ ਕਿ ਮੈਂ ਕੀ ਦੇਖਿਆ ਆ। ਨਹੀਂ ਤਾਂ ਤੁਹਾਡੇ ਟੋਟੇ ਟੋਟੇ ਕੀਤੇ ਜਾਣਗੇ ਤੇ ਤੁਹਾਡੇ ਘਰ ਲੋਕਾਂ ਲਈ ਪਖਾਨੇ ਬਣਾ ਦਿੱਤੇ ਜਾਣਗੇ। ਪਰ ਜੇ ਤੁਸੀਂ ਮੈਨੂੰ ਉਹ ਸੁਪਨਾ ਅਤੇ ਉਸ ਦਾ ਮਤਲਬ ਦੱਸੋਗੇ ਤਾਂ ਤੁਹਾਨੂੰ ਤੋਹਫੇ ਅਤੇ ਇਨਾਮ ਦਿੱਤੇ ਜਾਣਗੇ ਤੇ ਤੁਹਾਨੂੰ ਸਨਮਾਨ ਬਖਸ਼ਿਆ ਜਾਵੇਗਾ। ਅਸੀਂ ਸੁਪਨਾ ਕਿਦਾਂ ਦੱਸ ਸਕਦੇ ਹਾਂ? ਕੋਈ ਰਾਜੇ ਕੋਲੋਂ ਸਮਾਂ ਮੰਗ ਲਵੇ ਤਾਂ ਕਿ ਅਸੀਂ ਆਤਮਾਵਾਂ ਕੋਲੋਂ ਪੁੱਛੀਏ। ਤੁਸੀਂ ਦੋਵੇਂ ਇਸ ਗੱਲ ਦਾ ਪਤਾ ਲਗਾਓ। ਤੂੰ ਰਾਜੇ ਨੂੰ ਕਹਿ। ਤੁਸੀਂ ਕੀ ਸੋਚਿਆ ਕਿ ਮੈਂ ਆਪਣਾ ਇਰਾਦਾ ਬਦਲ ਦੂੰਗਾ? ਨਹੀਂ ਮਹਾਰਾਜ। ਝੂਠ ਬੋਲ ਕੇ ਧੋਖੇ ਵਿੱਚ ਰੱਖੋਗੇ? ਮਹਾਰਾਜ ਮੈਂ ਜਾਣਦਾ ਚੰਗੀ ਤਰ੍ਹਾਂ ਤੁਹਾਨੂੰ। ਦੁਨੀਆ ਵਿੱਚ ਇਦਾਂ ਦਾ ਕੋਈ ਨਹੀਂ ਜਿਹੜਾ ਰਾਜੇ ਦੀ ਇਹ ਮੰਗ ਪੂਰੀ ਕਰ ਸਕੇ। ਰਾਜਾ ਜੋ ਪੁੱਛਦਾ ਉਹ ਕੋਈ ਨਹੀਂ ਦੱਸ ਸਕਦਾ। ਬਸ ਦੇਵਤੇ ਦੱਸ ਸਕਦੇ ਆ। ਅਰਯੋਕ, ਫੜ ਲਓ ਇਹਨਾਂ ਨੂੰ, ਮਾਰ ਦਿਓ ਇਹਨਾਂ ਨੂੰ। ਬੁੱਧੀਮਾਨ ਆਦਮੀਆਂ ਨੂੰ ਲੈ ਆਓ, ਜਲਦੀ ਕਰੋ। ਜਾਓ ਜਲਦੀ ਕਰੋ, ਰਾਜੇ ਦਾ ਹੁਕਮ ਆ। ਉਹਨਾਂ ਨੂੰ ਫੜ ਕੇ ਲੈ ਆਓ। ਜ਼ਰਾ ਤੁਹਾਡੀ ਜਾਨ ਨੂੰ ਖਤਰਾ ਆ। ਕਿਉਂ, ਕੀ ਹੋਇਆ? ਮੈਂ ਬਸ ਇੰਨਾ ਸੁਣਿਆ ਕਿ ਰਾਜਾ ਬੁੱਧੀਮਾਨ ਆਦਮੀਆਂ ਤੇ ਭੜਕ ਉੱਠਿਆ ਆ। ਰਾਤੋਂ ਰਾਤ ਸਾਰਿਆਂ ਨੂੰ ਮਾਰਨ ਦਾ ਹੁਕਮ ਦਿੱਤਾ ਆ। ਤੂੰ ਹਨਨਿਆ, ਮਿਸ਼ਾਇਲ ਤੇ ਅਜ਼ਰਿਆ ਨੂੰ ਇੱਥੇ ਲੈ ਆ। ਮੈਂ ਦੇਖਦਾ ਕੀ ਹੋ ਸਕਦਾ। ਹਾਂ, ਸਾਰੇ ਬੁੱਧੀਮਾਨ ਆਦਮੀਆਂ ਨੂੰ ਇਕੱਠਾ ਕਰੋ, ਚਾਹੇ ਉਹ ਕਸਦੀ ਹੋਣ, ਮਿਸਰੀ ਜਾਂ ਯਹੂਦੀ। ਅਰਯੋ, ਬੇਲਸ਼ੱਸਰ, ਤੈਨੂੰ ਉੱਥੋਂ ਚਲੇ ਜਾਣਾ ਚਾਹੀਦਾ। ਰਾਜੇ ਨੇ ਇੰਨਾ ਸਖਤ ਹੁਕਮ ਕਿਉਂ ਦਿੱਤਾ ਆ? ਰਾਜੇ ਨੂੰ ਇੱਕ ਸੁਪਨਾ ਆਇਆ ਆ ਤੇ ਕੋਈ ਨਹੀਂ ਦੱਸ ਸਕਿਆ ਕਿ ਉਹਨੇ ਕੀ ਦੇਖਿਆ ਆ। ਜੇ ਜਾਨ ਪਿਆਰੀ ਆ ਤਾਂ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ ਇੱਥੋਂ ਚਲਾ ਜਾ। ਬਾਕੀ ਬੁੱਧੀਮਾਨ ਆਦਮੀ ਕਿੱਥੇ ਆ? ਸਾਰਿਆਂ ਨੂੰ ਮਾਰ ਦਿਓ, ਕੋਈ ਨਹੀਂ ਬਚਣਾ ਚਾਹੀਦਾ। ਇੰਨਾ ਟਾਈਮ ਕਿਉਂ ਲੱਗਦਾ ਪਿਆ? ਉਹਨਾਂ ਨੂੰ ਹੱਲੇ ਤੱਕ ਕਿਉਂ ਨਹੀਂ ਲੈ ਕੇ ਆਏ? ਇਹ ਦੇਵਤਿਆਂ ਨੇ ਹਜੇ ਤੱਕ ਉਹਨਾਂ ਦੀ ਸੁਣੀ ਕਿਉਂ ਨਹੀਂ? ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਛੇਤੀ ਇੱਥੇ ਲੈ ਕੇ ਆਓ। ਉਹਨਾਂ ਨੂੰ ਇੱਥੇ ਲਿਆਓ ਤੇ ਮੇਰੇ ਸਾਹਮਣੇ ਖੜਾ ਕਰੋ। ਤੇ ਉਹਨਾਂ ਦੀ ਚਮੜੀ ਉਧੇੜ ਕੇ ਲਟਕਾ ਦਿਓ ਉਹਨਾਂ ਨੂੰ। ਉਹਨਾਂ ਦੇ ਦੇਵਤਿਆਂ ਨੂੰ ਵੀ ਪਤਾ ਲੱਗੇ ਕਿ ਉਹਨਾਂ ਦਾ ਕੀ ਹਸ਼ਰ ਹੋਇਆ ਆ।
ਤੇ ਉਹਨਾਂ ਦੀਆਂ ਲਾਸ਼ਾਂ ਫਰਾਤ ਵਿੱਚ ਛੱਡ ਦੇਵੋ। ਬੁੱਧੀਮਾਨ ਆਦਮੀਆਂ ਦੇ ਨਾਂ ਤੇ ਕਲੰਕ ਆ ਇਹ। ਤੂੰ ਇੱਥੇ ਕੀ ਕਰਦਾ ਪਿਆ? ਮੈਂ ਰਾਜੇ ਨਾਲ ਗੱਲ ਕਰਨੀ ਚਾਹੁੰਦਾ ਹਾਂ। ਚੁੱਪਚਾਪ ਇੱਥੋਂ ਚਲਾ ਜਾ। ਮਿਹਰਬਾਨੀ ਕਰਕੇ ਮੈਨੂੰ ਗੱਲ ਕਰਨ ਦੇ। ਮਾਲਕ, ਬੇਲਟਸ਼ਸਰ ਕੁਝ ਕਹਿਣਾ ਚਾਹੁੰਦਾ ਆ। ਹੇ ਮਹਾਰਾਜ, ਸੁਪਨਿਆਂ ਦਾ ਮਤਲਬ ਮੇਰਾ ਪਰਮੇਸ਼ਰ ਯਹੋਵਾ ਦੱਸ ਸਕਦਾ ਆ। ਉਹ ਜਾਣਦਾ ਆ ਕਿ ਤੁਸੀਂ ਕੀ ਦੇਖਿਆ ਆ। ਤਾਂ ਫਿਰ ਦੱਸ, ਕੀ ਦੇਖਿਆ ਮੈਂ? ਮੈਨੂੰ ਲੱਗਦਾ ਆ ਕਿ ਯਕੀਨ ਆ ਕਿ ਉਹ ਤੁਹਾਡੇ ਸੁਪਨੇ ਦਾ ਮਤਲਬ ਦੱਸੂਗਾ। ਬਸ ਥੋੜਾ ਸਮਾਂ ਦੇ ਦਿਓ। ਸਾਨੂੰ ਸਵੇਰ ਤੱਕ ਰਾਜੇ ਨੂੰ ਦੱਸਣਾ ਪੈਣਾ। ਕੀ ਦੱਸਣਾ ਪੈਣਾ? ਉਸਦੇ ਸੁਪਨੇ ਦਾ ਮਤਲਬ। ਸੋ ਯਹੋਵਾ ਨੇ ਹਜੇ ਤੱਕ ਕੀ ਦੱਸਿਆ ਆ? ਹਾਲੇ ਤੱਕ ਤਾਂ ਕੁਝ ਨਹੀਂ। ਪਰ ਉਸਨੇ ਦੱਸਣ ਦਾ ਵਾਅਦਾ ਤਾਂ ਕੀਤਾ ਹੋਣਾ, ਹਨਾ? ਨਹੀਂ। ਤੈਨੂੰ ਯਕੀਨ ਹੈ ਕਿ ਉਹ ਸੁਪਨੇ ਦਾ ਮਤਲਬ ਦੱਸੂਗਾ? ਹਾਂ, ਲੱਗਦਾ ਤੇ ਹੈ। ਹੁਣ ਤਾਂ ਜ਼ਿੰਦਗੀ ਤੇ ਮੌਤ ਦਾ ਸਵਾਲ ਆ। ਨਹੀਂ, ਗੱਲ ਪਰਮੇਸ਼ਰ ਦੇ ਨਾਂ ਦੀ ਆ। ਜੇ ਉਹ ਸੁਪਨੇ ਦਾ ਮਤਲਬ ਦੱਸੂਗਾ ਤਾਂ ਉਹ ਸੱਚਾ ਠਹਿਰੂਗਾ। ਜੇ ਨਾ ਦੱਸਿਆ ਤਾਂ? ਤੂੰ ਦੱਸ, ਅਸੀਂ ਕੀ ਕਰੀਏ? ਪ੍ਰਾਰਥਨਾ ਕਰੋ ਕਿ ਯਹੋਵਾ ਸਾਡੇ ਤੇ ਦਇਆ ਕਰੇ। ਹੇ ਯਹੋਵਾ, ਤੂੰ ਕੁਝ ਸੋਚ ਕੇ ਹੀ ਸਾਨੂੰ ਇੱਥੇ ਲੈ ਕੇ ਆਇਆ ਆ। ਜੇ ਅਸੀਂ ਨਾਸ਼ ਹੋ ਗਏ ਤਾਂ ਲੋਕ ਕੀ ਕਹਿਣਗੇ? ਅਸੀਂ ਉਹਨਾਂ ਨੂੰ ਕਿਹਾ ਆ ਕਿ ਤੂੰ ਹੀ ਸਵਰਗ ਦਾ ਪਰਮੇਸ਼ਰ ਆ, ਤੂੰ ਹੀ ਭੇਦ ਦੱਸਣ ਵਾਲਾ ਆ। ਯਹੋਵਾ, ਦਿਖਾ ਦੇ ਕਿ ਤੂੰ ਹੀ ਸੱਚਾ ਪਰਮੇਸ਼ਰ ਆ। ਜ਼ਰਾ ਯਹੂਦਾ ਦੇ ਗੁਲਾਮਾਂ ਵਿੱਚੋਂ ਇੱਕ ਆਦਮੀ ਮਿਲਿਆ ਆ ਜੋ ਸੁਪਨੇ ਦਾ ਅਰਥ ਦੱਸ ਸਕਦਾ ਆ। ਮੈਨੂੰ ਪਤਾ ਉਹ ਕੌਣ ਆ। ਕੀ ਤੂੰ ਮੈਨੂੰ ਸੱਚੀ ਦੱਸ ਸਕਦਾ ਕਿ ਮੈਂ ਕੀ ਸੁਪਨਾ ਦੇਖਿਆ ਤੇ ਉਹਦਾ ਮਤਲਬ ਕੀ ਆ? ਸਵਰਗ ਵਿੱਚ ਇੱਕ ਪਰਮੇਸ਼ਰ ਹੈ ਜੋ ਭੇਤਾਂ ਨੂੰ ਜ਼ਾਹਿਰ ਕਰਦਾ ਹੈ ਅਤੇ ਉਸਨੇ ਰਾਜਾ ਨਬੂਕਦਨੇਜ਼ਰ ਨੂੰ ਦੱਸ ਦਿੱਤਾ ਹੈ ਕਿ ਆਖਰੀ ਦਿਨਾਂ ਵਿੱਚ ਕੀ ਹੋਵੇਗਾ। ਤੁਸੀਂ ਇਹ ਸੁਪਨਾ ਦੇਖਿਆ। ਤੁਸੀਂ ਇੱਕ ਵੱਡੀ ਮੂਰਤ ਦੇਖੀ। ਉਹ ਮੂਰਤ ਤੁਹਾਡੇ ਸਾਹਮਣੇ ਖੜੀ ਸੀ। ਸੋਨੇ ਦਾ ਸਿਰ ਤੁਸੀਂ ਹੀ ਹੋ
ਪਰ ਤੁਹਾਡੇ ਤੋਂ ਬਾਅਦ ਇੱਕ ਹੋਰ ਰਾਜ ਖੜਾ ਹੋਵੇਗਾ ਜੋ ਤੁਹਾਡੇ ਤੋਂ ਕਮਜ਼ੋਰ ਹੋਵੇਗਾ। ਇਸ ਤੋਂ ਬਾਅਦ ਤੀਸਰਾ ਰਾਜ ਖੜਾ ਹੋਵੇਗਾ ਜੋ ਤਾਂਬੇ ਦਾ ਹੋਵੇਗਾ ਅਤੇ ਸਾਰੀ ਧਰਤੀ ਉੱਤੇ ਹਕੂਮਤ ਕਰੇਗਾ। ਫਿਰ ਜੋ ਚੌਥਾ ਰਾਜ ਆਵੇਗਾ ਉਹ ਲੋਹੇ ਵਾਂਗ ਮਜ਼ਬੂਤ ਹੋਵੇਗਾ। ਇਹ ਰਾਜ ਵੰਡਿਆ ਹੋਵੇਗਾ, ਜਿਵੇਂ ਪੈਰਾਂ ਦੀਆਂ ਉਂਗਲਾਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ। ਇਸੇ ਤਰ੍ਹਾਂ ਇਹ ਰਾਜ ਕੁਝ ਹੱਦ ਤੱਕ ਮਜ਼ਬੂਤ ਹੋਵੇਗਾ ਤੇ ਕੁਝ ਹੱਦ ਤੱਕ ਕਮਜ਼ੋਰ ਹੋਵੇਗਾ। ਉਹਨਾਂ ਰਾਜਿਆਂ ਦੇ ਦਿਨਾਂ ਵਿੱਚ ਸਵਰਗ ਦਾ ਪਰਮੇਸ਼ਰ ਇੱਕ ਰਾਜ ਖੜਾ ਕਰੇਗਾ ਜੋ ਕਦੇ ਨਾਸ਼ ਨਹੀਂ ਹੋਵੇਗਾ। ਇਹ ਰਾਜ ਹੋਰ ਲੋਕਾਂ ਦੇ ਹੱਥਾਂ ਵਿੱਚ ਨਹੀਂ ਦਿੱਤਾ ਜਾਵੇਗਾ। ਇਹ ਇਹਨਾਂ ਸਾਰੀਆਂ ਹਕੂਮਤਾਂ ਨੂੰ ਚੂਰ-ਚੂਰ ਕਰਕੇ ਇਹਨਾਂ ਦਾ ਅੰਤ ਕਰ ਦੇਵੇਗਾ। पर आप हमेशा लिए कायम रहेगा। ਇਹ ਸੁਪਨਾ ਜ਼ਰੂਰ ਪੂਰਾ ਹੋਵੇਗਾ ਅਤੇ ਇਸ ਸੁਪਨੇ ਦਾ ਜੋ ਮਤਲਬ ਦੱਸਿਆ ਗਿਆ ਹੈ ਉਸੇ ਮੁਤਾਬਿਕ ਹੋਵੇਗਾ। ਇੱਕ ਵਧੀਆ ਚੋਗਾ ਲਿਆਓ, ਜਲਦੀ ਕਰੋ, ਤੇ ਸੋਨੇ ਦਾ ਹਾਰ ਵੀ, ਅਤੇ ਉਸ ਅੱਗੇ ਧੂਪ ਦਿਖਾਓ। ਸੱਚਮੁੱਚ ਤੇਰਾ ਪਰਮੇਸ਼ਰ ਸਾਰੇ ਈਸ਼ਵਰਾਂ ਤੋਂ ਮਹਾਨ ਹੈ ਅਤੇ ਰਾਜਿਆਂ ਦਾ ਰਾਜਾ ਹੈ ਅਤੇ ਭੇਤਾਂ ਨੂੰ ਜ਼ਾਹਰ ਕਰਦਾ ਹੈ। ਇਸ ਕਰਕੇ ਇਸ ਸਨਮਾਨ ਨਾਲ ਉਹਦੀ ਮਹਿਮਾ ਹੋਵੇ। ਮੈਂ ਤੈਨੂੰ ਪੂਰੇ ਬਾਬਲ ਜ਼ਿਲ੍ਹੇ ਦਾ ਹਾਕਮ ਬਣਾ ਦਿੱਤਾ ਆ। हे ਰਾਜਾ, ਤੇਰੇ ਇਹ ਸੇਵਕ ਵੀ ਉਸੇ ਪਰਮੇਸ਼ਰ ਦੀ ਭਗਤੀ ਕਰਦੇ ਆ। ਜੇ ਰਾਜੇ ਦੀ ਇਜਾਜ਼ਤ ਹੋਵੇ ਤਾਂ ਇਹਨਾਂ ਨੂੰ ਵੀ ਬਾਬਲ ਜ਼ਿਲ੍ਹੇ ਦਾ ਪ੍ਰਬੰਧ ਸੌਂਪਿਆ ਜਾਵੇ। ਸਾਰੇ ਇੰਤਜ਼ਾਮ ਕਰੋ। ਤੂੰ ਸੱਚੀ ਬੁੱਧੀਮਾਨ ਆ, ਇਹਨਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਆ। ਅੱਜ ਤੋਂ ਤੂੰ ਇਹਨਾਂ ਸਾਰਿਆਂ ਦਾ ਮੁੱਖ ਨਿਗਰਾਨ ਆ। ਤੂੰ ਸੁਣਿਆ ਰਾਜੇ ਨੇ ਕੀ ਕਿਹਾ? ਉਹਨੇ ਕਿਹਾ ਤੇਰਾ ਪਰਮੇਸ਼ਵਰ ਸਾਰੇ ਈਸ਼ਵਰਾਂ ਤੋਂ ਮਹਾਨ ਹੈ ਅਤੇ ਰਾਜਿਆਂ ਦਾ ਰਾਜਾ ਹੈ। ਯਹੋਵਾ ਨੇ ਤੇਰੀ ਪ੍ਰਾਰਥਨਾ ਸੁਣ ਲਈ। ਯਹੋਵਾ ਨੇ ਸਾਡੀ ਸਾਰਿਆਂ ਦੀ ਸੁਣੀ। ਹੁਣ ਕੀ ਹੋਊਗਾ? ਕੀ ਅਸੀਂ ਯਰੂਸ਼ਲਮ ਵਾਪਸ ਜਾ ਸਕਾਂਗੇ? ਮੈਨੂੰ ਨਹੀਂ ਪਤਾ ਕਿ ਅੱਗੇ ਕੀ ਹੋਣਾ, ਪਰ ਜੇ ਅਸੀਂ ਯਹੋਵਾ ਦੇ ਨੇੜੇ ਰਹਾਂਗੇ ਤੇ ਉਸ ਉੱਤੇ ਨਿਸ਼ਚਾ ਰੱਖਾਂਗੇ ਤਾਂ ਉਹ ਹਮੇਸ਼ਾ ਸਾਡਾ ਸਾਥ ਦੇਵੇਗਾ।
ਤਾਰਿਆਂ ਅਨੁਸਾਰ ਸਾਨੂੰ ਨਾਸ਼ ਕਰਨ ਵਾਲਾ ਕੋਈ ਰਾਜ ਨਹੀਂ ਹੈਗਾ। ਇਹ ਉਹਦੀ ਚਾਲ ਆ। ਪਰ ਉਹਨੂੰ ਸੁਪਨੇ ਦਾ ਪਤਾ ਕਿੱਦਾਂ ਲੱਗਾ? ਅਮਰੂਤੂ, ਦੇਵਤਿਆਂ ਨੇ ਕੀ ਜਵਾਬ ਦਿੱਤਾ? ਮੈਂ ਇੱਕ ਭੇਡ ਦੇ ਕਲੇਜੇ ਦੀ ਜਾਂਚ ਕੀਤੀ ਆ। ਘਬਰਾਉਣ ਦੀ ਕੋਈ ਲੋੜ ਨਹੀਂ ਆ। ਸ਼ਵਾਤੂ ਤਾਰਾ ਮੰਡਲ ਦੇ ਤਾਰੇ ਵੀ ਤੁਹਾਡਾ ਗੁਣਗਾਨ ਕਰਦੇ ਆ। ਯਹੋਵਾ ਨੇ ਵੀ ਕਿਹਾ ਆ, ਸੋਨੇ ਦਾ ਸਰ ਮੈਂ ਹੀ ਆ। ਰਾਜੇ ਦੇ ਸੁਪਨੇ ਤੋਂ ਕਈ ਚੰਗੀਆਂ ਗੱਲਾਂ ਦਾ ਪਤਾ ਲੱਗਾ ਆ, ਪਰ ਬੇਲਟਸ਼ਸਰ ਇੱਕ ਯਹੂਦੀ ਆ। ਮੰਨਿਆ ਕਿ ਉਹ ਹੁਸ਼ਿਆਰ ਆ, ਪਰ ਸੁਪਨਿਆਂ ਦਾ ਮਤਲਬ ਦੱਸਣਾ ਉਹਨੇ ਇੱਥੇ ਆ ਕੇ ਸਿੱਖਿਆ ਆ। ਅਸੀਂ ਉਹਨੂੰ ਸਿਖਲਾਈ ਦਿੱਤੀ, ਆਪਣੇ ਮਹਾਨ ਦੇਵਤੇ ਬੇਲ ਦਾ ਨਾਮ ਦਿੱਤਾ। ਬੇਲ ਦੇਵਤੇ ਨੇ ਇਹਨੂੰ ਕਾਬਲ ਬਣਾਇਆ ਤੇ ਉਹਦੇ ਜ਼ਰੀਏ ਭੇਤ ਜ਼ਾਹਰ ਕੀਤੇ। ਬੇਲ ਨੇ, ਨਾ ਕਿ ਯਹੋਵਾ ਨੇ, ਜਿਹਨੂੰ ਯਰੂਸ਼ਲਮ ਵਿੱਚ ਤੁਹਾਡੇ ਅੱਗੇ ਹਾਰ ਮੰਨਣੀ ਪਈ ਸੀ। ਸੋ ਉਸ ਦਰਖਤ ਦਾ ਮਤਲਬ ਆ ਮੇਰੇ ਦੁਸ਼ਮਣ। ਤੇ 7 ਸਮਿਆਂ ਬਾਅਦ ਇਹ ਦਰਖਤ ਕੌਣ ਹੋਊਗਾ? ਇਹ ਤੁਸੀਂ ਹੀ ਹੋਵੋਗੇ ਮਹਾਰਾਜ। ਬੇਵਕੂਫ ਕਿਸੇ ਥਾਂ ਦੇ। ਆਜਾ ਬੇਲਟਸ਼ਸਰ, ਜਾਦੂਗਰੀ ਕਰਨ ਵਾਲੇ ਪੁਜਾਰੀਆਂ ਦੇ ਪ੍ਰਧਾਨ, ਮੈਂ ਇੱਕ ਸੁਪਨਾ ਦੇਖਿਆ ਆ। ਹੁਣ ਤੱਕ ਕੋਈ ਵੀ ਬੁੱਧੀਮਾਨ ਆਦਮੀ ਇਸ ਦਾ ਮਤਲਬ ਨਹੀਂ ਦੱਸ ਸਕਿਆ, ਪਰ ਤੂੰ ਦੱਸ ਸਕਦਾ ਆ। ਮੈਂ ਸੁਪਨੇ ਵਿੱਚ ਜੋ ਦੇਖਿਆ ਉਹਦਾ ਮਤਲਬ ਦੱਸ। ਤੁਸੀਂ ਕੀ ਦੇਖਿਆ? ਮੈਂ ਧਰਤੀ ਦੇ ਵਿਚਕਾਰ ਇੱਕ ਦਰਖਤ ਦੇਖਿਆ। ਉਹ ਦਰਖਤ ਬਹੁਤ ਹੀ ਉੱਚਾ ਸੀ। ਉਹ ਦਰਖਤ ਵਧਿਆ ਅਤੇ ਮਜ਼ਬੂਤ ਹੋ ਗਿਆ ਅਤੇ ਉਸ ਦਾ ਸਿਰਾ ਆਕਾਸ਼ ਨੂੰ ਛੂਹਣ ਲੱਗ ਪਿਆ ਅਤੇ ਉਹ ਧਰਤੀ ਦੇ ਕੋਨੇ-ਕੋਨੇ ਤੋਂ ਨਜ਼ਰ ਆਉਂਦਾ ਸੀ। ਇੱਕ ਪਵਿੱਤਰ ਦੂਤ ਨੇ ਉੱਚੀ ਆਵਾਜ਼ ਵਿੱਚ ਕਿਹਾ, ਦਰਖਤ ਨੂੰ ਵੱਢ ਦਿਓ, ਪਰ ਉਸ ਦੇ ਮੁੱਢ ਨੂੰ ਲੋਹੇ ਅਤੇ ਤਾਂਬੇ ਦੀਆਂ ਮੋਟੀਆਂ ਪੱਤੀਆਂ ਨਾਲ ਬੰਨ੍ਹ ਦਿਓ। ਸੋ ਦਰਖਤ ਦਾ ਕੀ ਮਤਲਬ ਆ? ਹੇ ਮੇਰੇ ਮਾਲਕ, ਇਹ ਸੁਪਨਾ ਉਹਨਾਂ ਉੱਤੇ ਪੂਰਾ ਹੋਵੇ ਜੋ ਤੈਨੂੰ ਨਫ਼ਰਤ ਕਰਦੇ ਹਨ ਅਤੇ ਜੋ ਤੇਰੇ ਦੁਸ਼ਮਣ ਹਨ। ਜੋ ਦਰਖਤ ਤੁਸੀਂ ਦੇਖਿਆ ਉਹ ਵਧਿਆ ਤੇ ਮਜ਼ਬੂਤ ਹੋ ਗਿਆ। ਉਸ ਦਾ ਸਿਰਾ ਆਕਾਸ਼ ਨੂੰ ਛੂਹਣ ਲੱਗ ਪਿਆ ਅਤੇ ਉਹ ਧਰਤੀ ਦੇ ਕੋਨੇ-ਕੋਨੇ ਤੋਂ ਨਜ਼ਰ ਆਉਂਦਾ ਸੀ। ਉਸ ਦੇ ਪੱਤੇ ਬਹੁਤ ਸੋਹਣੇ ਸੀ। ਉਹ ਫਲਾਂ ਨਾਲ ਲੱਦਿਆ ਹੋਇਆ ਸੀ। ਉਸ ਤੋਂ ਸਾਰਿਆਂ ਨੂੰ ਭੋਜਨ ਮਿਲਦਾ ਸੀ। ਜਾਨਵਰ ਉਸ ਦੀ ਛਾਂ ਹੇਠਾਂ ਬੈਠਦੇ ਸਨ ਅਤੇ ਪੰਛੀ ਉਸ ਦੀਆਂ ਟਾਹਣੀਆਂ ਤੇ ਬਸੇਰਾ ਕਰਦੇ ਸਨ। ਮਹਾਰਾਜ, ਤੁਸੀਂ ਹੀ ਉਹ ਦਰਖਤ ਹੋ। ਨਾਲੇ ਰਾਜੇ ਨੇ ਇੱਕ ਪਹਿਰੇਦਾਰ ਨੂੰ, ਇੱਕ ਪਵਿੱਤਰ ਦੂਤ ਨੂੰ ਆਕਾਸ਼ੋਂ ਹੇਠਾਂ ਆਉਂਦਾ ਦੇਖਿਆ, ਜੋ ਇਹ ਕਹਿ ਰਿਹਾ ਸੀ, ਦਰਖਤ ਨੂੰ ਵੱਢ ਕੇ ਨਾਸ਼ ਕਰ ਦਿਓ। ਪਰ ਇਸ ਦੇ ਮੁੱਢ ਨੂੰ ਜੜ ਸਮੇਤ ਜ਼ਮੀਨ ਵਿੱਚ ਹੀ ਰਹਿਣ ਦਿਓ ਅਤੇ ਮੁੱਢ ਨੂੰ ਲੋਹੇ ਅਤੇ ਤਾਂਬੇ ਦੀਆਂ ਮੋਟੀਆਂ ਪੱਤੀਆਂ ਨਾਲ ਬੰਨ੍ਹ ਕੇ ਜੰਗਲ ਦੇ ਘਾਹ ਵਿੱਚ ਛੱਡ ਦਿਓ। ਇਹ ਆਕਾਸ਼ ਦੀ ਤਰੇਨ ਨਾਲ ਭਿੱਜੇ ਅਤੇ ਇਸ ਉੱਤੇ 7 ਸਮੇਂ ਬੀਤਣ ਤੱਕ ਇਸ ਜ਼ਮੀਨ ਦੇ ਘਾਹ ਵਿੱਚ ਜਾਨਵਰਾਂ ਨਾਲ ਰਹੇ। ਹੇ ਮਹਾਰਾਜ, ਧਿਆਨ ਦਿਓ ਕਿ ਆਤਮਹਾਨ ਦਾ ਕੀ ਫੈਸਲਾ ਹੈ।
ਤੁਹਾਨੂੰ ਇਨਸਾਨਾਂ ਵਿੱਚੋਂ ਕੱਢਿਆ ਜਾਵੇਗਾ ਅਤੇ ਤੁਸੀਂ ਜੰਗਲੀ ਜਾਨਵਰਾਂ ਦੇ ਨਾਲ ਰਹੋਗੇ ਅਤੇ ਤੁਸੀਂ ਬਲਦਾਂ ਵਾਂਗ ਘਾਹ ਖਾਓਗੇ। ਤੁਹਾਡਾ ਸਰੀਰ ਆਕਾਸ਼ ਦੀ ਤਰੇਲ ਨਾਲ ਭਿੱਜੇਗਾ। ਤੁਹਾਡੇ ਉੱਤੇ 7 ਸਮੇਂ ਬੀਤਣਗੇ। ਫਿਰ ਰਾਜਾ ਜਾਣ ਲਵੇਗਾ ਕਿ ਅਤ ਮਹਾਨ ਇਨਸਾਨੀ ਹਕੂਮਤਾਂ ਤੇ ਰਾਜ ਕਰਦਾ ਆ ਅਤੇ ਉਹ ਜਿਸ ਨੂੰ ਚਾਹੇ ਰਾਜ ਦਿੰਦਾ ਹੈ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਦਰਖਤ ਦੇ ਮੁੱਢ ਨੂੰ ਜੜ ਸਮੇਤ ਜ਼ਮੀਨ ਵਿੱਚ ਹੀ ਰਹਿਣ ਦਿਓ। ਤੁਹਾਡਾ ਰਾਜ ਤੁਹਾਨੂੰ ਵਾਪਸ ਦੇ ਦਿੱਤਾ ਜਾਵੇਗਾ ਜਦ ਤੁਸੀਂ ਇਹ ਜਾਣ ਲਵੋਗੇ ਕਿ ਪਰਮੇਸ਼ਵਰ ਸਵਰਗ ਵਿੱਚ ਰਾਜ ਕਰ ਰਿਹਾ ਹੈ। ਇਸ ਲਈ ਆਪਣੇ ਪਾਪਾਂ ਤੋਂ ਤੌਬਾ ਕਰੋ ਤੇ ਸਹੀ ਕੰਮ ਕਰੋ। ਦੁਸ਼ਟ ਕੰਮ ਛੱਡ ਕੇ ਗਰੀਬਾਂ ਤੇ ਦਇਆ ਕਰੋ। ਹੋ ਸਕਦਾ ਹੈ ਕਿ ਤੁਹਾਡੀ ਖੁਸ਼ਹਾਲੀ ਬਰਕਰਾਰ ਰਹੇ। ਬੇਲਟਸ਼ਸਰ ਨੇ ਦੱਸਿਆ ਕਿ ਇਦਾਂ ਕਦੋਂ ਹੋਵੇਗਾ? ਨਹੀਂ ਮਹਾਰਾਜ, ਪਰ ਬੁੱਧੀਮਾਨ ਆਦਮੀਆਂ ਦੀ ਰਾਏ ਆ ਕਿ ਉਹਦੀ ਗੱਲ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਯਾਦ ਕਰੋ ਮਹਾਰਾਜ, ਮਿਸਰੀ ਦੇਵਤਿਆਂ ਨੇ ਮਿਸਰੀਆਂ ਨੂੰ ਦੱਸਿਆ ਸੀ ਕਿ ਉਹ ਸਾਨੂੰ ਹਰਾ ਦੂਗੇ, ਪਰ ਤੁਸੀਂ ਉਹਨਾਂ ਨੂੰ ਹਰਾ ਦਿੱਤਾ। ਫਿਰ ਯਹੂਦੀਆਂ ਦਾ ਰੱਬ ਕੌਣ ਆ ਕਿ ਅਸੀਂ ਉਹਦੀ ਗੱਲ ਵੱਲ ਧਿਆਨ ਦਈਏ? ਤੁਸੀਂ ਕਿੰਨਾ ਕੁਝ ਹਾਸਲ ਕੀਤਾ ਆ। ਦੇਵਤੇ ਤੁਹਾਡੇ ਤੇ ਮਿਹਰਬਾਨ ਆ। ਬਾਬਲ ਦੀ ਸ਼ਾਨ ਦੇ ਚਰਚੇ ਦੁਨੀਆ ਦੇ ਕੋਨੇ-ਕੋਨੇ ਵਿੱਚ ਹੁੰਦੇ ਆ ਮਹਾਰਾਜ। ਤੇ ਬੇਲਟਸ਼ਸਰ ਕਹਿੰਦਾ ਆ ਕਿ ਤੁਸੀਂ ਰਹਿਮ ਦੀ ਭੀਖ ਮੰਗੋਗੇ। ਉਹਦੀ ਇੰਨੀ ਜੁਰਤ, ਰਾਜੇ ਕਿਸੇ ਦੇ ਅੱਗੇ ਨਹੀਂ ਝੁਕਦੇ। ਚਲੋ ਹੁਣ ਐਨਲਿਲ ਤਾਰਿਆਂ ਦੀ ਗੱਲ ਕਰੀਏ। ਅਸੀਂ ਜਾਣਦੇ ਹਾਂ ਕਿ ਉਰਗਲਾ ਤਾਰਾ ਮੰਡਲ ਵਿੱਚ ਲੋਗਲ ਤਾਰਾ ਸਭ ਤੋਂ ਜ਼ਿਆਦਾ ਚਮਕਦਾ। ਤਾਰੇ ਹਮੇਸ਼ਾ ਸੱਚ ਬੋਲਦੇ ਆ, ਜਦ ਕਿ ਹਾਰੇ ਹੋਏ ਦੇਵਤੇ ਬਕਵਾਸ ਕਰਦੇ ਆ। ਇਦਾਂ ਕਰੋ, ਵਾਪਸ ਯਰੂਸ਼ਲਮ ਚਲੇ ਜਾਓ। ਪਰ ਜਾਓਗੇ ਕਿੱਦਾਂ? ਉਹ ਤਾਂ ਮਿੱਟੀ ਵਿੱਚ ਮਿਲ ਗਿਆ ਆ। ਕਿ ਯਹੋਵਾ ਨੇ ਤੇਰੇ ਉੱਤੇ ਕੋਈ ਨਵੀਂ ਗੱਲ ਜ਼ਾਹਰ ਕੀਤੀ? ਕਿਉਂਕਿ 10 ਮਹੀਨੇ ਹੋਣ ਲੱਗੇ ਆ। ਤੂੰ ਤਾਂ ਕਿਹਾ ਸੀ ਕਿ ਰਾਜਾ ਪਾਗਲ ਹੋ ਜਾਊਗਾ। ਉਸਦੀ ਹਰ ਗੱਲ ਪੂਰੀ ਹੁੰਦੀ ਹੈ। ਇਦਾਂ ਤਾਂ ਤਾਰੇ ਵੀ ਝੂਠ ਨਹੀਂ ਬੋਲਦੇ, ਪਰ ਉਹਨਾਂ ਦਾ ਕੀ ਮਤਲਬ ਦੱਸਣਾ ਇਹ ਅਸੀਂ ਤੈਅ ਕਰਦੇ ਹਾਂ। ਤੈਨੂੰ ਆਪਣੀ ਗੱਲ ਦਾ ਲੇਖਾ ਦੇਣਾ ਪੈਣਾ ਆ। ਜਦੋਂ ਇੱਕ ਬੁੱਧੀਮਾਨ ਆਦਮੀ ਝੂਠ ਬੋਲਦਾ ਤਾਂ ਪਤਾ ਉਹਦੇ ਨਾਲ ਕੀ ਹੁੰਦਾ। ਮੈਂ ਉਹੀ ਕਿਹਾ ਜੋ ਯਹੋਵਾ ਨੇ ਦੱਸਿਆ। ਚੇਤਾ ਭੁੱਲ ਗਿਆ ਤੈਨੂੰ? ਜਦੋਂ ਮੂਰਤ ਦੇ ਸੁਪਨੇ ਦਾ ਕੋਈ ਵੀ ਮਤਲਬ ਨਹੀਂ ਦੱਸ ਸਕਿਆ ਸੀ ਤਾਂ ਰਾਜੇ ਨੇ ਮੌਤ ਦੀ ਸਜ਼ਾ ਸੁਣਾਈ ਸੀ। ਉਦੋਂ ਤਾਂ ਤੂੰ ਬਹੁਤ ਵਧੀਆ ਮਤਲਬ ਦੱਸਿਆ ਸੀ ਕਿ ਰਾਜਾ ਸੋਨੇ ਦਾ ਸਿਰ ਵਾ, ਪਰ ਇਸ ਵਾਰ ਤੂੰ ਕਿਹਾ ਆ ਕਿ ਉਹ ਪਾਗਲ ਹੋ ਜਾਊਗਾ। ਪਰ ਇਦਾਂ ਦਾ ਕੁਝ ਨਹੀਂ ਹੋਇਆ। ਐਦਾਂ ਜ਼ਰੂਰ ਹੋਵੇਗਾ। ਕਿਹਨੂੰ ਪਤਾ ਅੱਗੇ ਕੀ ਹੋਣਾ, ਪਰ ਜੋ ਵੀ ਹੋਵੇ ਤੂੰ ਰਾਜੇ ਦੇ ਖਿਲਾਫ ਗੱਲ ਕੀਤੀ ਆ। ਇਹ ਰਾਜੇ ਵਿਰੁੱਧ ਬਗਾਵਤ ਆ। ਹੁਣ ਤੈਨੂੰ ਕੋਈ ਵੀ ਨਹੀਂ ਬਚਾ ਸਕਦਾ। ਕਿਉਂਕਿ 10 ਮਹੀਨੇ ਹੋਣ ਲੱਗੇ ਆ। ਪਰ ਇਦਾਂ ਦਾ ਕੁਝ ਨਹੀਂ ਹੋਇਆ। ਤੂੰ ਰਾਜੇ ਦੇ ਖਿਲਾਫ ਗੱਲ ਕੀਤੀ ਆ। ਤੂੰ ਤਾਂ ਕਿਹਾ ਸੀ ਕਿ ਰਾਜਾ ਪਾਗਲ ਹੋ ਜਾਊਗਾ। ਇਹ ਰਾਜੇ ਵਿਰੁੱਧ ਬਗਾਵਤ ਆ। ਹੁਣ ਤੈਨੂੰ ਕੋਈ ਵੀ ਨਹੀਂ ਬਚਾ ਸਕਦਾ।
ਤਾਂ ਕਿ ਤੂੰ ਹਮੇਸ਼ਾ ਯਹੋਵਾ ਦੀ ਗੱਲ ਸੁਣ ਸਕੇ। ਹੇ ਯਹੋਵਾ, ਮੈਨੂੰ ਆਪਣਾ ਰਾਹ ਸਿਖਾ, ਮੈਨੂੰ ਮੇਰੇ ਵੈਰੀਆਂ ਦੇ ਹਵਾਲੇ ਨਾ ਕਰ, ਕਿਉਂਕਿ ਝੂਠੇ ਗਵਾਹ ਮੇਰੇ ਖਿਲਾਫ ਉੱਠ ਖੜੇ ਹੋਏ ਹਨ ਅਤੇ ਉਹ ਮੈਨੂੰ ਮਾਰਨ ਕੁੱਟਣ ਦੀਆਂ ਧਮਕੀਆਂ ਦਿੰਦੇ ਹਨ। ਮੇਰਾ ਕੀ ਹੁੰਦਾ ਜੇ ਮੈਨੂੰ ਨਿਸ਼ਚਾ ਨਾ ਹੁੰਦੀ? ਕੀ ਮੈਂ ਆਪਣੇ ਜਿਉਂਦੇ ਜੀ ਯਹੋਵਾ ਦੀ ਭਲਾਈ ਦੇਖਾਂਗਾ? ਕਿਰਪਾ ਕਰਕੇ ਸਾਨੂੰ 10 ਦਿਨਾਂ ਤੱਕ ਪਰਖ ਕੇ ਦੇਖਿਓ। ਬਾਕੀਆਂ ਨਾਲੋਂ ਜ਼ਿਆਦਾ ਸਿਹਤਮੰਦ ਲੱਗਦੇ ਆ। ਇਹਨਾਂ ਨੂੰ ਉਹੀ ਦਿੰਦੇ ਰਹੋ ਜੋ ਇਹ ਖਾਣਾ ਚਾਹੁੰਦੇ ਆ। ਮੈਂ ਤੁਹਾਡੇ ਪਰਮੇਸ਼ਰ ਨੂੰ ਨਹੀਂ ਜਾਣਦਾ, ਪਰ ਤੁਸੀਂ ਪੁਜਾਰੀਆਂ ਅਤੇ ਤਾਂਤਰਿਕਾਂ ਨਾਲੋਂ 10 ਗੁਣਾ ਬਿਹਤਰ ਆ। ਰਾਜੇ ਨੂੰ ਇੱਕ ਸੁਪਨਾ ਆਇਆ ਆ ਤੇ ਕੋਈ ਨਹੀਂ ਦੱਸ ਸਕਿਆ ਕਿ ਉਹਨੇ ਕੀ ਦੇਖਿਆ ਆ। ਯਹੋਵਾ ਨੇ ਤੇਰੀ ਪ੍ਰਾਰਥਨਾ ਸੁਣ ਲਈ। ਯਹੋਵਾ ਤੇ ਉਮੀਦ ਲਾਈ ਰੱਖ, ਦਲੇਰ ਬਣ ਅਤੇ ਆਪਣਾ ਮਨ ਤਕੜਾ ਕਰ। ਹਾਂ, ਯਹੋਵਾ ਤੇ ਉਮੀਦ ਲਾਈ ਰੱਖ। ਬੇਲ ਨੂੰ ਬਲੀ ਚੜਾਈ ਜਾਵੇ। ਇਹ ਜਾਮ ਦੇਵਤਿਆਂ ਦੇ ਨਾਮ, ਦੇਵਤਿਆਂ ਦੇ ਨਾਮ। ਇਹ ਸ਼ਹਿਰ ਦੁਨੀਆ ਦਾ ਸਭ ਤੋਂ ਸੋਹਣਾ ਸ਼ਹਿਰ ਆ। ਇਸ਼ਟਰ ਦਰਵਾਜ਼ਾ, ਮੇਰੇ ਬਾਗ ਤੇ ਬੁਰਜ ਤਾਂ ਇੰਨਾ ਉੱਚਾ ਆ ਕਿ ਸਵਰਗ ਤੱਕ ਪਹੁੰਚਦਾ ਆ। ਹਜੂਰ ਨੇ ਸਹੀ ਕਿਹਾ। ਬੜੀ ਹੈਰਾਨੀ ਦੀ ਗੱਲ ਆ, 12 ਮਹੀਨੇ ਪਹਿਲਾਂ ਤੁਹਾਡੇ ਕਿਸੇ ਸੇਵਕ ਨੇ ਕਿਹਾ ਸੀ ਕਿ ਤੁਸੀਂ ਪਾਗਲ ਹੋ ਜਾਓਗੇ। ਕੀ ਇਹ ਮਹਾਬਾਬਲ ਨਹੀਂ, ਜਿਸ ਨੂੰ ਮੈਂ ਆਪਣੇ ਬਲ ਅਤੇ ਤਾਕਤ ਦੇ ਦਮ ਤੇ ਸ਼ਾਹੀ ਘਰਾਣੇ ਦੇ ਰਹਿਣ ਲਈ ਬਣਾਇਆ, ਜਿਸ ਤੋਂ ਮੇਰੀ ਸ਼ਾਨੋ ਸ਼ੌਕਤ ਦਾ ਸਬੂਤ ਮਿਲਦਾ ਆ। ਹੇ ਰਾਜਾ ਨਬੂਕਦਨਸਰ, ਇਹ ਸੰਦੇਸ਼ ਤੇਰੇ ਲਈ ਹੈ। ਤੇਰਾ ਰਾਜ ਤੇਰੇ ਤੋਂ ਲੈ ਲਿਆ ਗਿਆ ਹੈ ਅਤੇ ਤੈਨੂੰ ਇਨਸਾਨਾਂ ਵਿੱਚੋਂ ਕੱਢਿਆ ਜਾ ਰਿਹਾ ਹੈ। ਤੂੰ ਜੰਗਲੀ ਜਾਨਵਰਾਂ ਦੇ ਨਾਲ ਰਹੇਗਾ ਅਤੇ ਬਲਦਾਂ ਵਾਂਗ ਘਾਹ ਖਾਵੇਂਗਾ। ਤੇਰੇ ਉੱਤੇ 7 ਸਮੇਂ ਬੀਤਣਗੇ ਅਤੇ ਫਿਰ ਤੂੰ ਜਾਣ ਲਵੇਂਗਾ ਕਿ ਅਤ ਮਹਾਨ ਇਨਸਾਨੀ ਹਕੂਮਤਾਂ ਤੇ ਰਾਜ ਕਰਦਾ ਹੈ ਅਤੇ ਉਹ ਜਿਸ ਨੂੰ ਚਾਹੇ ਰਾਜ ਦਿੰਦਾ ਹੈ। पिताजी ਤੁਸੀਂ ਖੁਦ ਤਾਂ ਬੁੱਧੀਮਾਨ ਆਦਮੀ ਕਹਾਉਣ ਦੇ ਲਾਇਕ ਨਹੀਂ ਹੈਗੇ ਤੇ ਤੁਸੀਂ ਦਾਨੀਅਲ ਤੇ ਉਂਗਲੀ ਚੁੱਕਦੇ ਪਏ ਹੋ। ਇਹ ਉਹਦੀ ਚਾਲ ਸੀ। ਦਾਨੀਅਲ ਨੇ ਤੁਹਾਡੇ ਪਿਤਾ ਦੇ ਖਿਲਾਫ ਸਾਜ਼ਿਸ਼ ਰਚੀ ਸੀ। ਅੱਛਾ, ਤਾਂ ਫਿਰ ਦੱਸ ਉਹਨੇ ਸਾਰਾ ਕੁਝ ਕਿੱਦਾਂ ਕੀਤਾ? ਉਹਦੀ ਹਰ ਗੱਲ ਪੂਰੀ ਹੋਈ ਤੇ ਤੁਸੀਂ ਵਾਰ-ਵਾਰ ਗਲਤ ਸਾਬਤ ਹੋਏ। ਪਿਤਾ ਜੀ ਨੂੰ ਤੁਹਾਡੇ ਤੇ ਕਿੰਨਾ ਭਰੋਸਾ ਸੀ ਤੇ ਮੈਂ ਵੀ ਤੁਹਾਡੇ ਤੇ ਭਰੋਸਾ ਕੀਤਾ। ਪਤਾ ਨਹੀਂ ਤੁਸੀਂ ਝੂਠੀਆਂ ਜਾਂ ਮਰਦੂਰ। ਦੱਸ ਦਾਨੀਅਲ, ਸਵਰਗ ਵਿੱਚ ਰਹਿਣ ਵਾਲਾ ਪਰਮੇਸ਼ਵਰ ਯਹੋਵਾ ਕੌਣ ਆ?